ਵੇਖੋ ਪੰਜਾਂ ਤੱਤਾਂ ਦਾ ਏ ਪੁਤਲਾ, ਭਾਂਤ ਪ੍ਰਕਾਰੀ ਕਿਰਦਾਰ ਨਿਭਾਏ। ਕਿਤੇ ਪਿਓ, ਕਿਤੇ ਚਾਚਾ ਤਾਇਆ, ਤੇ ਕਿਤੇ ਭੈਣ ਦਾ ਭਾਈ ਅਖਵਾਏ। ਕਿਤੇ ਪੁੱਤ, ਕਿਤੇ ਸੰਗੀ ਸਾਥੀ, ਤੇ ਕਿਤੇ ਗੋਦੀ ਚੁੱਕ ਕੇ ਬਾਲ ਖਿਡਾਏ। ਪਰ ਅਸਲੋਂ ਬੁੱਝ ਕਰਦਾਰ ਆਪਣਾ ਅਮਨ, ਇਹ ਵਿੱਚ ਮੂਲ ਨਾ ਜਾ ਸਮਾਏ, ਇਹ ਵਿੱਚ ਮੂਲ ਨਾ ਜਾ ਸਮਾਏ। ਤੂੰ ਸੱਤ ਅਖੰਡ ਜੋਤ ਚੈਨਲ ਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਸੁਗੜ ਵਿਚਾਰ ਪ੍ਰੋਗਰਾਮ ਵਿੱਚ ਮੇਰੇ ਜੋ ਬੋਲਣ ਦਾ ਪਹਿਲੂ ਹੈ ਉਹ ਹੈ ਭੂਮਿਕਾ। ਦੁਨੀਆ, ਪ੍ਰਿਥਵੀ, ਜਹਾਨ, ਜਗਤ, ਆਲਮ ਵਰਗੇ ਅਲਫਾਜ਼ ਜਿੱਥੇ ਇਸ ਸੰਸਾਰ ਨੂੰ ਸੰਬੋਧਿਤ ਕਰਦੇ ਹਨ, ਉੱਥੇ ਹੀ ਤਮਾਸ਼ਾ, ਖੇਲ, ਸੰਸਾਰੀ ਰੰਗਮੰਚ ਵਰਗੇ ਲਫ਼ਜ਼ ਵੀ ਇਸ ਦੁਨਿਆਵੀ ਜਗਤ ਦਾ ਹੀ ਉਲੇਖ ਕਰਦੇ ਹਨ। ਹੁਣ ਜੇ ਇਸ ਸੰਸਾਰ ਨੂੰ ਤਮਾਸ਼ਾ, ਖੇਲ, ਰੰਗਮੰਚ ਆਦਿ ਕਹਿ ਪੁਕਾਰਦੇ ਹਾਂ ਤਾਂ ਜ਼ਾਹਰ ਜਿਹੀ ਗੱਲ ਹੈ ਕਿ ਇਸ ਸੰਸਾਰ ਦੀ ਅਹਿਮ ਪ੍ਰਜਾਤੀ ਇਨਸਾਨ ਸੰਸਾਰੀ ਰੰਗਮੰਚ 'ਚ, ਜਗਤ ਤਮਾਸ਼ੇ 'ਚ ਆਪਣਾ ਰੋਲ ਅਦਾ ਕਰਦਾ, ਆਪਣੀ ਭੂਮਿਕਾ ਨਿਭਾਉਂਦਾ ਇੱਕ ਕਲਾਕਾਰ ਹੈ। ਬਤੌਰ ਕਲਾਕਾਰ ਜਨਮ ਲੈ ਜਦੋਂ ਇਨਸਾਨ ਸੰਸਾਰੀ ਰੰਗਮੰਚ 'ਤੇ ਉਤਾਰਾ ਕਰਦਾ ਹੈ ਤਾਂ ਸਿਲਸਿਲਾ ਸ਼ੁਰੂ ਹੁੰਦਾ ਹੈ ਵੱਖ-ਵੱਖ ਰੋਲ ਅਦਾ ਕਰਨ ਦਾ, ਭਾਵ ਕਿ ਵੱਖ-ਵੱਖ ਭੂਮਿਕਾ ਨਿਭਾਉਣ ਦਾ। ਜੇ ਖੁਦ ਦੇ ਸੰਸਾਰੀ ਜੀਵਨ ਨੂੰ ਸਾਖਸ਼ੀ ਹੋ ਵੇਖੀਏ ਤਾਂ ਜੀਵਨ ਦੇ ਸੀਮਤ ਪੜਾਅ ਪਿੱਛੋਂ ਸਾਡੀਆਂ ਸੰਸਾਰਿਕ ਭੂਮਿਕਾਵਾਂ ਵਿੱਚ ਵਕਤ ਨਾਲ ਇਜ਼ਾਫਾ ਹੁੰਦਾ ਹੈ। ਜਨਮ ਨਾਲ ਸ਼ੁਰੂ ਹੋਇਆ ਔਲਾਦ ਦੀ ਭੂਮਿਕਾ ਦਾ ਬੰਦ ਹੌਲੀ-ਹੌਲੀ ਅਦਾ ਹੁੰਦਾ ਮਾਪਿਆਂ ਦੀ ਭੂਮਿਕਾ ਤੱਕ ਪਹੁੰਚ ਜਾਂਦਾ ਹੈ। ਜੇ ਵੇਖਿਆ ਜਾਵੇ ਤਾਂ ਇੱਕ ਬੱਚੇ ਦੀ ਭੂਮਿਕਾ ਅਦਾ ਕਰਨ ਤੋਂ ਸ਼ੁਰੂ ਹੋਇਆ ਇਨਸਾਨ ਦਾ ਜੀਵਨ ਭੈਣ, ਭਰਾ, ਭੂਆ, ਭਤੀਜਾ, ਭਤੀਜੀ, ਮਾਸੀ, ਮਾਮਾ, ਚਾਚਾ, ਤਾਇਆ, ਮਾਂ-ਬਾਪ, ਦਾਦਾ-ਦਾਦੀ, ਦੋਸਤ, ਮਿੱਤਰ ਆਦਿ ਦੀ ਭੂਮਿਕਾ ਨੂੰ ਨਿਭਾਉਂਦਾ ਆਪਣਾ ਸਫ਼ਰ ਅੱਗੇ ਤੈਅ ਕਰਦਾ ਜਾਂਦਾ ਹੈ। ਪਰ ਸੰਸਾਰਕ ਤਮਾਸ਼ਿਆਂ 'ਚ ਆਪਣੀਆਂ ਭੂਮਿਕਾਵਾਂ 'ਤੇ ਕੇਂਦਰਿਤ ਹੋਇਆ ਇਨਸਾਨ ਇਹ ਵਿਚਾਰਨਾ ਭੁੱਲ ਜਾਂਦਾ ਹੈ ਕਿ ਹਰ ਰੰਗਮੰਚ ਦੇ ਤਮਾਸ਼ੇ ਦੇ ਨਿਬੜਨ 'ਤੇ ਅਖੀਰ ਪਰਦਾ ਜ਼ਰੂਰ ਗਿਰਦਾ ਹੈ, ਤੇ ਫਿਰ ਜਦ ਪਰਦਾ ਗਿਰਦਾ ਹੈ ਤਦ ਰੰਗਮੰਚ ਦੇ ਤਮਾਸ਼ੇ 'ਚ ਆਪਣਾ ਮਿੱਥਿਆ ਕਿਰਦਾਰ ਨਿਭਾ ਰਿਹਾ ਇਨਸਾਨ ਆਪਣੇ ਕਿਰਦਾਰ ਦੀ ਭੂਮਿਕਾ ਛੱਡ ਆਪਣੇ ਰੂਪਵਾਨ ਕਿਰਦਾਰ ਦੀ ਉਸ ਭੂਮਿਕਾ ਵਿੱਚ ਆ ਜਾਂਦਾ ਹੈ ਜੋ ਸੰਸਾਰ ਦੇ ਰੰਗਮੰਚ 'ਤੇ ਉਸ ਦੀ ਅਸਲੀਅਤ ਹੁੰਦਾ ਹੈ। ਸੋ ਸੰਸਾਰੀ ਰੰਗਮੰਚ ਦੀਆਂ ਇਹਨਾਂ ਤਮਾਮ ਅਲੱਗ-ਅਲੱਗ ਭੂਮਿਕਾਵਾਂ ਦਾ ਸਫ਼ਰ ਤੈਅ ਕਰਦਿਆਂ ਅਸੀਂ ਇਨਸਾਨ ਇੱਕ ਗੱਲ ਭੁੱਲ ਜਾਂਦੇ ਹਾਂ ਕਿ ਸੰਸਾਰ ਤਮਾਸ਼ੇ ਦੀ ਹਰ ਭੂਮਿਕਾ ਚਲਾਇਮਾਨ ਹੈ, ਕਿਉਂਕਿ ਚਲਾਇਮਾਨ ਭੂਮਿਕਾ 'ਚ ਆਧਾਰ ਬਣਿਆ ਪਾਤਰ ਉਹ ਪੰਜਾਂ ਤੱਤਾਂ ਦੀ ਕਾਇਆ ਹੈ ਜੋ ਮੋਹਲਤ ਪੁੱਗਣ 'ਤੇ ਖੰਡ ਹੋ ਖਿੰਡ ਜਾਂਦੀ ਹੈ, ਭਾਵ ਕਿ ਖਤਮ ਹੋ ਜਾਂਦੀ ਹੈ। ਇਸ ਲਈ ਸੰਸਾਰੀ ਰੰਗਮੰਚ 'ਚ ਸੰਸਾਰੀ ਸਮਝ ਸੂਝ ਨਾਲ ਅਦਾ ਕੀਤੀ ਕੋਈ ਵੀ ਭੂਮਿਕਾ ਸਾਨੂੰ ਤੱਤ ਰੂਪ ਨਾਲ ਜੁੜੀ ਭੂਮਿਕਾ ਤੋਂ ਅੱਗੇ ਖੜੀ ਸਾਡੀ ਅਸਲ ਅਰੂਪ ਵਾਲੀ ਭੂਮਿਕਾ ਤੋਂ ਜਾਣੂ ਨਹੀਂ ਕਰਵਾ ਸਕਦੀ। ਸੰਸਾਰੀ ਜਿਸਮ ਨਾਲ ਜੁੜੀਆਂ ਸੰਸਾਰੀ ਭੂਮਿਕਾਵਾਂ ਨਿਭਾਉਣ ਨਾਲ ਅਸੀਂ ਕਦੀ ਇਹ ਨਹੀਂ ਜਾਣ ਪਾਵਾਂਗੇ ਕਿ ਇਹਨਾਂ ਵੱਖ-ਵੱਖ ਰੂਪਵਾਨ ਪਾਤਰਾਂ ਦੀ ਭੂਮਿਕਾ ਤੋਂ ਅੱਗੇ ਅਰੂਪ ਦੇ ਤਲ ਦੀ ਇੱਕ ਭੂਮਿਕਾ ਅਸੀਂ ਆਪਣੇ ਨਿਜ ਪੱਖੀ ਆਪੇ ਪ੍ਰਤੀ ਵੀ ਨਿਭਾਉਣੀ ਹੈ, ਤੇ ਉਹ ਅਸਲ ਭੂਮਿਕਾ ਹੈ ਸਾਡੇ ਆਪੇ ਦੀ ਭੂਮਿਕਾ, ਸਾਡੇ ਸਦੀਵੀ ਰਿਸ਼ਤੇ ਦੀ, ਸਾਡੀ ਸਦੀਵੀ ਸਾਂਝ ਦੀ ਭੂਮਿਕਾ, ਭਾਵ ਕਿ ਆਤਮਕ ਪੱਖ ਦੀ ਭੂਮਿਕਾ। ਗੁਰਬਾਣੀ ਫਰਮਾਨ ਹੈ, ਅਚਰਜ ਕਥਾ ਮਹਾ ਅਨੂਪ, ਪ੍ਰਾਤਮਾ ਪਾਰ ਬ੍ਰਹਮ ਕਾ ਰੂਪ। ਆਤਮਕ ਪੱਖ ਤੋਂ ਅਸੀਂ ਅਰੂਪ ਸਰੂਪ ਸਤਪੁਰਖ ਸਤਸਰੀ ਅਕਾਲ ਪੁਰਖ ਪਿਤਾ ਪਰਮਾਤਮਾ ਦੀ ਅੰਸ਼ ਹਾਂ, ਤੇ ਫਿਰ ਇੱਕ ਭੂਮਿਕਾ ਸਾਡੀ ਉਸ ਤਲ ਤੇ ਵੀ ਤਾਂ ਅਦਾ ਕਰਨੀ ਬਣਦੀ ਹੈ। ਅਸਲ ਵਿੱਚ ਸਾਡੀ ਸਭ ਤੋਂ ਉੱਤਮ ਤੇ ਮਹੱਤਵਪੂਰਨ ਭੂਮਿਕਾ ਉਹੀ ਹੈ ਜੋ ਅਸੀਂ ਆਤਮਕ ਤਲ ਤੋਂ ਪਰਮਪਿਤਾ ਪਰਮਾਤਮਾ ਦੀ ਔਲਾਦ ਦੇ ਰੂਪ ਵਿੱਚ ਅਦਾ ਕਰਨੀ ਹੈ, ਕਿਉਂਕਿ ਸੰਸਾਰੀ ਰੰਗਮੰਚ ਦੀ ਹਰ ਰੂਪਵਾਨ ਭੂਮਿਕਾ ਉਸ ਅਰੂਪ ਸਰੂਪ ਵਾਲੀ ਭੂਮਿਕਾ ਤੋਂ ਬਾਅਦ ਆਉਂਦੀ ਹੈ। ਹੁਣ ਜੇਕਰ ਅਸੀਂ ਤਰਜੀਹ ਦੇ ਪਹਿਲ ਦੇ ਆਧਾਰ ਤੇ ਆਪਣੀ ਉਸ ਅਸਲ ਭੂਮਿਕਾ ਨੂੰ ਨਹੀਂ ਨਿਭਾਉਂਦੇ ਤਾਂ ਫਿਰ ਸਾਡੇ ਨਿਭਾਏ ਸੰਸਾਰੀ ਪਾਤਰਾਂ ਦੀ, ਸੰਸਾਰੀ ਭੂਮਿਕਾ ਦੀ ਵੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ। ਬੇਸ਼ੱਕ ਅਸੀਂ ਜੀ ਜਾਣ ਇੱਕ ਕਰ ਜਿਸਮਾਨੀ ਵਫਾਦਾਰੀ ਨਾਲ ਆਪਣੇ ਸੰਸਾਰੀ ਪਾਤਰਾਂ ਦੀ ਭੂਮਿਕਾ ਨੂੰ ਵੀ ਨਿਭਾ ਲਈਏ, ਪਰ ਜੇ ਅਸੀਂ ਆਪਣੇ ਅਸਲ ਕਿਰਦਾਰ ਦੀ, ਆਤਮਕ ਪਾਤਰ ਦੀ ਭੂਮਿਕਾ ਨੂੰ ਸਹੀ ਨਹੀਂ ਨਿਭਾਉਂਦੇ ਤਾਂ ਸਾਡੀ ਨਿਭਾਈ ਹਰ ਇੱਕ ਭੂਮਿਕਾ ਇੱਕ ਤਲ ਤੇ ਜਾ ਵਿਅਰਥ ਹੈ, ਬੇਕਾਰ ਹੈ, ਅਰਥਹੀਨ ਹੈ। ਸੋ ਅਖੀਰ ਸਾਡੇ ਸਭ ਲਈ ਜ਼ਰੂਰੀ ਹੈ ਕਿ ਰੂਪਵਾਨ ਜਗਤ ਦੀਆਂ ਅਲੱਗ-ਅਲੱਗ ਭੂਮਿਕਾਵਾਂ ਨੂੰ ਨਿਭਾਉਣ ਲਈ ਜੱਦੋ-ਜ਼ਹਿਦ ਕਰਨ ਦੇ ਨਾਲ ਇੱਕ ਮੁਸ਼ੱਕਤ, ਇੱਕ ਮਿਹਨਤ ਆਪਣੀ ਅਰੂਪ ਸਤਾ ਦੀ ਭੂਮਿਕਾ ਨੂੰ ਨਿਭਾਉਣ ਲਈ ਵੀ ਕਰੀਏ ਤੇ ਆਪਣੇ ਆਤਮ ਸਰੂਪ ਦੀ ਅਸਲ ਭੂਮਿਕਾ ਨੂੰ ਨਿਭਾਈਏ।
ਤੇ ਗੁਰੂ ਗੁਰਬਾਣੀ ਦੇ ਫਰਮਾਏ ਵਾਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਦੇ ਮਹਾਵਾਕਾਂ ਤਹਿਤ ਆਪ ਦੇ ਮੂਲ ਦੀ ਪਹਿਚਾਣ ਹਾਸਲ ਕਰੀਏ, ਕਿਉਂਕਿ ਹਾਸਲ ਕੀਤੀ ਮੂਲ ਦੀ ਪਹਿਚਾਣ ਹੀ ਅੰਸ਼ ਨੂੰ ਆਪ ਦੀ ਅਸਲ ਭੂਮਿਕਾ ਨਿਭਾ ਆਪਣੇ ਮੂਲ ਤੱਕ ਪਹੁੰਚਣ ਵਿੱਚ ਸਹਾਈ ਹੁੰਦੀ ਹੈ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।